ਤੁਸੀਂ ਸਾਹਿਬ ਰਫੀਕ ਔਰ ਮਜੀਦ ਦਾ ਕੀ ਬਣਿਆ? ਉਹਨਾਂ ਦੀ ਗੱਲ ਮੁੱਕੀ? ਪਤਾ ਨਹੀਂ ਕੋਈ ਉਹਨਾਂ ਦਾ ਕੀ ਬਣਿਆ। ਜੀ ਜੀ। ਗੱਲ ਅਸਲ ਪਤਾ ਕੀ ਹੈ ਇਮਰਾਨ ਭਾਈ, ਜੀ ਜੀ ਜੀ। ਮੈਂ ਨਾ ਤੁਹਾਨੂੰ ਗੱਲ ਸੁਣਾਣਾ ਵਾ, ਜੀ। ਬੜੇ ਧਿਆਨ ਨਾਲ ਸੁਣਨੀ ਹੈ। ਹਾਂਜੀ। ਗੱਲ ਪੂਰੀ ਸੁਣਨੀ ਹੈ ਤੇ ਧਿਆਨ ਨਾਲ ਸੁਣਨੀ ਹੈ। ਤੇ ਗੱਲ ਨੂੰ ਨਾ ਜੇ ਪੱਲੇ ਬੰਨ ਲਓ ਦੇ ਨਾ ਤੇ ਕਿਸੇ ਥਾਂ ਤੇ ਕੰਮ ਆਵੇ ਦੀ। ਜੀ। ਵੇਖੋ ਅਗਰ ਕੋਈ ਗੱਲ ਚੰਗੀ ਗੱਲ ਹੋਵੇ ਨਾ ਤੇ ਉਹਨੂੰ ਬੰਦਾ ਪੱਲੇ ਬੰਨ ਲੇ ਨਾ। ਅੱਛਾ, ਪੱਲਾ ਕੀ ਹੁੰਦਾ ਕਿ ਪੱਲੇ ਬੰਨ ਲੈਣਾ? ਪਤਾ ਜੇ ਦਾ ਦੱਸੋ ਨਾ। ਪੱਲੇ ਬੰਨ ਲੈਣਾ ਇਹ ਹੁੰਦਾ ਹੈ ਕਿ ਪਹਿਲਾਂ ਵਕਤਾਂ ਦੇ ਵਿੱਚ ਤੁਹਾਨੂੰ ਪਤਾ ਬੀਬੀਆਂ ਜਿਹੜੀਆਂ ਨੇ ਉਹ ਆਪਣੇ ਨਾ ਚਾਦਰ ਜਿਹੜੀ ਹੁੰਦੀ ਹੈ ਸਿਰ ਦੀ ਜੀ ਜੀ ਚੁੰਨੀ ਜੀ। ਜਨਾਬ ਉਹਦੇ ਨਾ ਪੱਲੇ ਕੋਈ ਨਾ ਪੈਸੇ ਬੰਨ ਲੈਂਦੀਆਂ ਹੁੰਦੀਆਂ ਸੀ। ਅਕਸਰ ਬੀਬੀਆਂ ਨੇ ਪੱਲੇ ਨਾਲ ਨਾ ਪੱਲੇ ਦੀ ਗੁੱਠ ਨਾਲ ਪੈਸੇ ਬੰਨੇ ਹੁੰਦੇ। ਹਾਂਜੀ। ਉਹ ਇਸ ਗੱਲ ਵਾਸਤੇ ਬੰਨੇ ਹੁੰਦੇ ਸੀ ਕਿ ਕਿਰੇ ਬਾਹਰ ਹੋ ਜਾਂਦੀਆਂ ਨੇ ਬੀਬੀਆਂ, ਬਾਹਰ ਜਾਂਦੀਆਂ ਜਾਂ ਕਿਰੇ ਗਲੀ ਵਿੱਚ ਮਹੱਲੇ ਵਿੱਚ ਕੋਈ ਸਬਜ਼ੀ ਆਰਾ ਮਿਲ ਪਿਆ ਉਹਦੇ ਕੋਲ ਕੋਈ ਸਬਜ਼ੀ ਲੈ ਲਈ, ਕੋਈ ਚੀਜ਼ ਲੈ ਲਈ, ਮਤਲਬ ਕਿ ਬਵਕਤੇ ਜ਼ਰੂਰਤ ਉਹ ਪੱਲੇ ਬੰਨੇ ਪੈਸੇ ਜਿਹੜੇ ਨੇ ਉਹ ਕੰਮ ਆ ਜਾਂਦੇ ਸੀ। ਬਿਲਕੁਲ ਸਮਝ ਗਏ। ਇਹ ਹੀ ਚੀਜ਼ ਹੁੰਦੀ ਹੈ। ਉੱਥੋਂ ਹੀ ਗੱਲ ਬਣੀ ਹੈ ਕਿ ਗੱਲ ਨੂੰ ਪੱਲੇ ਬੰਨ ਲਓ। ਪੱਲੇ ਬੰਨ ਲੈਣ ਦਾ ਮਤਲਬ ਇਹ ਵੇ ਕਿ ਬਵਕਤੇ ਜ਼ਰੂਰਤ ਉਹ ਕਿਰੇ ਨਾ ਕਿਰੇ ਕਿਸੇ ਨਾ ਕਿਸੇ ਜਗ੍ਹਾ ਤੇ ਤੁਹਾਡੇ ਕਦੇ ਨਾ ਕਦੇ ਉਹ ਤੁਹਾਡੇ ਕੰਮ ਆ ਜਾਏ ਦੀ ਗੱਲ ਜਿਹੜੀ ਤੁਸੀਂ ਪੱਲੇ ਬੰਨੀ ਹੋਵੇ ਦੀ। ਹਾਂਜੀ। ਤੇ ਜੇ ਅਗਰ ਗੱਲ ਨੂੰ ਚੰਗੀ ਗੱਲ ਨੂੰ ਪੱਲੇ ਬੰਨ ਲਈਏ ਨਾ ਉਹ ਕਿਸੇ ਨਾ ਕਿਸੇ ਥਾਂ ਤੇ ਕੰਮ ਆ ਹੀ ਜਾਂਦੀ ਹੈ। ਹਾਂਜੀ। ਤੇ ਵੇਖਣ ਵਾਲਿਆਂ ਭਰਾਵਾਂ ਅੱਗੇ ਵੀ ਗੁਜ਼ਾਰਿਸ਼ ਇਹ ਵੇ, ਸਾਰੇ ਭੈਣਾਂ ਭਰਾ ਜਿਤਨੇ ਵੀ ਵੇਖਣ ਵਾਲੇ ਹਨ ਨੇ ਉਹਨਾਂ ਅੱਗੇ ਗੁਜ਼ਾਰਿਸ਼ ਹੈ। ਪਾਕਿਸਤਾਨ ਵਿੱਚ ਵੀ ਤੇ ਦੁਨੀਆ ਭਰ ਤੋਂ ਜਿਤਨੇ ਵੀ ਵੇਖਣ ਵਾਲੇ ਨੇ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਗੱਲ ਨੂੰ ਪੂਰੇ ਧਿਆਨ ਨਾਲ ਸੁਣੋ। ਹੋ ਸਕਦਾ ਹੈ ਕਿਸੇ ਵਕਤ ਐਸੀ ਕੋਈ ਵੀਡੀਓ ਹੋਵੇ ਕਿ ਜਿਹੜੀ ਤੁਹਾਡੇ ਮਤਲਬ ਦੀ ਨਾ ਹੋਵੇ, ਬਹਰਹਾਲ ਕਿਸੇ ਵਕਤ ਉਸ ਗੱਲ ਦੀ ਤੁਹਾਨੂੰ ਜ਼ਰੂਰਤ ਬਣ ਜਾਏ, ਕਿਸੇ ਵਕਤ ਉਹ ਗੱਲ ਜਿਹੜੀ ਉਹ ਕਿਤੇ ਕੰਮ ਆ ਜਾਏ। ਜੀ ਬਿਲਕੁਲ ਠੀਕ ਹੈ। ਗੱਲਾਂ ਹੁੰਦੀਆਂ ਨੇ ਕਿ ਗੱਲਾਂ ਕੰਮ ਆਉਣ ਵਾਸਤੇ ਹੀ ਹੁੰਦੀਆਂ ਨੇ। ਹਾਂਜੀ। ਅੱਛਾ, ਹੁਣ ਜਿਹੜੀ ਤੁਸੀਂ ਮਜੀਦ ਦੀ ਤੇ ਫਿੱਕੇ ਦੀ ਗੱਲ ਕਰਦੇ ਹੋ ਨਾ ਪੇ, ਹਾਂਜੀ। ਇਹ ਗੱਲ ਇਹ ਵੇ ਕਿ ਇਨਸਾਨ ਦੇ ਕੋਲ ਨਾ ਹਰ ਇਨਸਾਨ ਦੇ ਕੋਲ 4 ਘੋੜੇ ਨੇ। ਮੂੰਹ ਜ਼ੋਰ ਘੋੜੇ ਜਿਹਨੂੰ ਕਹਿੰਦੇ ਨੇ। ਉਹਨਾਂ ਘੋੜਿਆਂ ਦਾ ਜਿਹੜਾ ਨਾ ਮਨੀਟਰਿੰਗ ਕਰਨ ਆ ਰਹਾ ਉਹ ਵੇ ਤੁਹਾਡਾ ਦਿਮਾਗ। ਜੀ। ਠੀਕ ਹੈ। ਘੋੜਿਆਂ ਨੂੰ ਸੰਭਾਲਣੇ ਆ ਰਹਾ, ਘੋੜਿਆਂ ਨੂੰ ਕੰਟਰੋਲ ਕਰਨਾ ਤੇ ਤੁਹਾਡੇ ਦਿਮਾਗ ਨੇ। ਅੱਛਾ, ਉਹਨੋਂ 4 ਘੋੜੇ ਕਿਹੜੇ ਨੇ? ਜੀ। ਨੰਬਰ 1 ਲਾਲਚ। ਲਾਲਚ ਇੱਕ ਐਸਾ ਘੋੜਾ ਹੈ ਕਿ ਇਹਦੇ ਤੇ ਸਵਾਰ ਹੋ ਕੇ ਤੁਸੀਂ ਇਹਨੂੰ ਮੂੰਹ ਜ਼ੋਰ ਛੱਡ ਦਿਓ ਉਹਦੇ ਨਾਲ ਤੇ ਤੁਹਾਨੂੰ ਕਿਸੇ ਨਾ ਕਿਸੇ ਬੁਰੀ ਦਲਦਲ ਦੇ ਵਿੱਚ ਲੈ ਜਾਏਗਾ। ਲਾਲਚ ਕਰਨਾ ਅੱਛੀ ਚੀਜ਼ ਹੈ। ਲਾਲਚ ਕਰੋ, ਲਾਲਚ ਇਸ ਚੀਜ਼ ਦੀ ਕਰੋ ਕਿ ਆਪਣੀ ਮਿਹਨਤ ਵਧਾਓ, ਆਪਣਾ ਕਾਰੋਬਾਰ ਕਰ ਰਹੇ ਹੋ ਉਹਨੂੰ ਤੁਸੀਂ ਵਧਾਓ, ਬਾਕੀ ਜਾਇਜ਼ ਤੇ ਹਲਾਲ ਤਰੀਕੇ ਨਾਲ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਤੇ ਜੇ ਅਗਰ ਲਾਲਚ ਆ ਰਹੇ ਘੋੜੇ ਨੂੰ, ਤੁਸੀਂ ਮਕਸਦ ਉਹ ਇਹ ਵੀ ਕਿ ਤੁਸੀਂ ਉਹਨੂੰ ਉਸ ਘੋੜੇ ਤੇ ਸਵਾਰ ਹੋ ਕੇ ਉਹਨੂੰ ਕੰਟਰੋਲ ਰੱਖ ਕੇ ਰੱਖੋ। ਤੇ ਜੇ ਉਹਨੂੰ ਮੂੰਹ ਜ਼ੋਰ ਛੱਡ ਦਿਓ ਉਹਦੇ ਤੇ ਉਹ ਤੁਹਾਨੂੰ ਜ਼ਾਹਰੀ ਗੱਲ ਹੈ ਕਿਸੇ ਨਾ ਕਿਸੇ ਬੰਦਾ ਕਿਸੇ ਨਾ ਕਿਸੇ ਮਸਲੇ ਫਸ ਕਿਸੇ ਨਾ ਜਾਂਦਾ। ਕਿਸੇ ਗੁਨਾਹ ਵਿੱਚ, ਕਿਸੇ ਨਾ ਕਿਸੇ ਬੁਰੇ ਪਾਸੇ ਲੈ ਕੇ ਜਾਏਦਾ ਤੁਹਾਨੂੰ। ਉਹਦੇ ਤੋਂ ਬਾਅਦ ਦੂਸਰਾ ਘੋੜਾ ਜਨਾਬ ਗੁੱਸਾ। ਗੁੱਸੇ ਦੇ ਨੂੰ ਵੀ ਜੇ ਅਗਰ ਤੁਸੀਂ ਜਨਾਬ ਗੁੱਸੇ ਵਾਲੇ ਘੋੜੇ ਨੂੰ ਵੀ ਨਾ ਖੁੱਲਾ ਛੱਡ ਦਿਓ ਉਹਦੇ ਨਾਲ, ਐਸਾ ਮੂੰਹ ਜ਼ੋਰ ਘੋੜਾ ਹੈ ਉਹ ਤੁਹਾਨੂੰ ਕਿਸੇ ਐਸੇ ਜੰਗਲ ਵਿੱਚ ਲੈ ਕੇ ਚਲਾ ਜਾਂਦਾ ਕਿ ਜਿੱਥੇ ਜਾ ਕੇ ਤੇ ਬੰਦਾ ਫਿਰ ਵਾਪਸੀ ਜੋਗਾ ਵੀ ਨਹੀਂ ਰਹਿ ਜਾਂਦਾ ਤੇ ਆਪਣੇ ਆਪ ਜੋਗਾ ਵੀ ਨਹੀਂ ਰਹਿ ਜਾਂਦਾ ਤੇ ਅੰਗਾ ਜੋਗਾ ਵੀ ਨਹੀਂ ਰਹਿ ਜਾਂਦਾ ਤੇ ਫਿਰ ਸਵਾਏ ਪਛਤਾਵੇ ਤੋਂ ਬੰਦੇ ਦੇ ਕੋਲ ਕੁਝ ਵੀ ਨਹੀਂ ਬਚਦਾ।
ਅਗਰ ਗੁੱਸੇ ਵਾਲੇ ਘੋੜੇ ਨੂੰ ਬੰਦਾ ਮੂੰਹ ਜ਼ੋਰ ਛੱਡ ਦੇ ਤੇ ਠੀਕ ਹੈ। ਠੀਕ ਹੈ ਜੀ। ਦੇਖੀਆਂ ਤੁਸੀਂ ਬੜੀਆਂ ਮਿਸਾਲਾਂ ਕਿ ਕੀ ਹੋਇਆ ਕਿ ਜੀ ਕਿਸੇ ਨੇ ਜਨਾਬ ਨਾਲੀ ਤੋਂ ਕਿਸੇ ਨੇ ਜੀ ਹਾਂ ਜੀ ਉਹ ਫਲਾਣੇ ਬੰਦੇ ਨੇ ਮੇਰੇ ਕੋਲ ਵੇਖਿਆ ਕਿਉਂ ਹੈ ਉਹਦੇ ਤੋਂ ਉਹ ਤਾਂ ਉੱਠ ਕੇ ਤੇ ਐਸੇ ਐਸੇ ਕਦਮ ਚੁਕਾ ਦਿੱਤੇ ਨੇ ਇਸ ਗੁੱਸੇ ਨੇ ਕਿ ਬੰਦੇ ਦੀ ਜ਼ਿੰਦਗੀ ਤਬਾਹ ਹੋ ਗਈ। ਅੱਛਾ, ਤੀਸਰੇ ਨੰਬਰ ਤੇ ਆ ਗਿਆ ਘੋੜਾ ਕਿਹੜਾ? ਘਮੰਡ, ਤਕੱਬਰ, ਗਰੂਰ। ਇਹ ਇੱਕ ਐਸਾ ਘੋੜਾ ਹੈ ਕਿ ਜਿਹੜਾ ਬੰਦੇ ਦੀ ਨਾ ਗਰਦਨ ਦੇ ਵਿੱਚ ਸਰੀਆ ਪੈਦਾ ਕਰ ਦਿੰਦਾ ਤੇ ਬੰਦਾ ਇਹਦੇ ਉੱਤੇ ਜਿਹੜਾ ਬੰਦਾ ਬੈਠਿਆ ਹੁੰਦਾ ਨਾ ਇਸ ਘੋੜੇ ਤੇ ਉਹ ਇੰਝ ਜਿਸ ਵਕਤ ਗਰਦਨ ਕੜਾ ਕੇ ਟੁਰਦਾ ਨਾ ਤੁਰਦਾ ਕਿਵੇਂ ਘੋੜਾ ਦੌੜਦਾ ਹੁੰਦਾ ਪਿਆ। ਹਾਂਜੀ। ਉਸ ਤਕੱਬਰ ਵਾਲੇ ਘੋੜੇ ਦੇ ਉਹ ਸਵਾਰ ਹੁੰਦਾ ਤੇ ਗਰਦਨ ਉਹਦੀ ਆਕੜੀ ਹੁੰਦੀ ਹੈ ਠੀਕ ਹੈ। ਉਹ ਫਿਰ ਇਤਨੀ ਸਪੀਡ ਨਾਲ ਇਹ ਘੋੜਾ ਦੌੜਦਾ ਤੇ ਅੱਗੋਂ ਦੇਰ ਚਾਹੇ ਤੇ ਅੱਗੋਂ ਕੋਈ ਬੋੜ ਦਾ ਦਰਖਤ ਆਵੇ ਤੇ ਉਸ ਦਰਖਤ ਦੇ ਨਾਲ ਜਾ ਕੇ ਜਨਾਬ ਸਿੱਧਾ ਮੱਥਾ ਵੱਜੇ ਤੇ ਉਹ ਪਏ ਇੱਕ ਪਲ ਵਿੱਚ ਇੰਝ ਜ਼ਮੀਨ ਤੇ ਆ ਡਿੱਗੇ। ਤੇ ਜੇ ਬੰਦਾ ਪੂਰੇ ਧਿਆਨ ਨਾਲ ਪੂਰੀ ਤਸੱਲੀ ਨਾਲ ਦੂਸਰੇ ਵੀ ਜਿਹੜੇ ਕੋਈ ਜੀ ਆਉਂਦੇ ਨੇ ਪਏ ਜੀ ਉਹਨਾਂ ਨੂੰ ਵੀ ਵੇਖਤਾ ਕਿ ਬੰਦਾ ਟੁਰੇ ਆਪੂ ਵੀ ਬਚੇ ਤੇ ਦੂਸਰਿਆਂ ਨੂੰ ਵੀ ਬਚਾਏ। ਗੱਲ ਦੀ ਸਮਝ ਆ ਗਈ ਜੀ। ਔਰ ਚੌਥਾ ਘੋੜਾ ਹੈ ਨਾਸ਼ੁਕਰੀ। ਜਿਸ ਵਕਤ ਬੰਦਾ ਨਾਸ਼ੁਕਰਾ ਹੋ ਜਾਂਦਾ ਹੈ ਮਤਲਬ ਇਹ ਕਿ ਉਹਨੂੰ ਅੱਲਾ ਦਾ ਦਿੱਤੇ ਆ ਬੜਾ ਕੁਝ ਹੁੰਦਾ ਹੈ। ਉਸ ਅੱਲਾ ਦੇ ਦਿੱਤੇ ਨੂੰ ਉਹ ਸਮਝਦਾ ਮੈਂ, ਉਹਦੇ ਵਿੱਚ ਮੈਂ ਆ ਜਾਂਦੀ ਹੈ, ਨਾਸ਼ੁਕਰੀ ਕਰਦਾ ਉਹ। ਤੇ ਜੇ ਅਗਰ ਬੰਦਾ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰੇ ਤੇ ਬੰਦਾ ਇਹ ਸਮਝੇ ਕਿ ਮੈਂ ਕੁਝ ਵੀ ਨਹੀਂ, ਇਹ ਮੈਨੂੰ ਜਿਹੜਾ ਨਵਾਜ਼ਿਆ ਉਸ ਪਰਵਰਦਗਾਰ ਦੀ ਕਰਮ ਨਵਾਜ਼ੀ ਹੈ ਤੇ ਉਹ ਜਦੋਂ ਚਾਹੇ ਲੈ ਸਕਦਾ ਹੈ। ਹਾਂਜੀ। ਤੇ ਜਿਤਨਾ ਚਿਰ ਉਹਦੇ ਕੋਲ ਜਿਹੜੀ ਦੌਲਤ ਹੋਵੇ ਉਹ ਅੱਲਾ ਦਾ ਸ਼ੁਕਰ ਅਦਾ ਕਰਦਾ ਰਹੇ ਤੇ ਫਿਰ ਗੁਨਾਹਾਂ ਤੋਂ ਵੀ ਬਚਿਆ ਰਹਿੰਦਾ। ਬਿਲਕੁਲ ਠੀਕ ਹੈ। ਇਹ ਜਿਹੜੇ ਜਨਾਬ ਘੋੜੇ ਨੇ ਨਾ ਚਾਰ, ਇਹਨਾਂ ਨੂੰ ਕੋਈ ਬੰਦਾ ਕੰਟਰੋਲ ਕਰਨੇ ਦੇ ਵਿੱਚ ਤਿਆਰ ਹੀ ਨਹੀਂ ਹੈ। ਇਹਨਾਂ ਨੂੰ ਹਰ ਕਿਸੇ ਨੇ ਖੁੱਲ੍ਹਾ ਛੱਡਿਆ। ਉਹ ਖੁੱਲ੍ਹਾ ਛੱਡਣ ਦਾ ਰਿਜ਼ਲਟ ਇਹ ਜੋ ਕੁਝ ਹੁੰਦਾ ਪਿਆ ਤੇ ਭਰਾ ਨਾਲ ਲੜਦਾ ਪਿਆ। ਨਾ ਕੋਈ ਯਾਰ ਦੋਸਤ ਰਹਿ ਗਏ, ਨਾ ਕੋਈ ਸੱਜਣ ਬੇਲੀਆਂ ਦੀ ਕਹਾਣੀ ਰਹਿ ਗਈ ਹੈ। ਹਰ ਥਾਂ ਤੇ ਕਿਤੇ ਲਾਲਚ ਦਾ ਘੋੜਾ ਜਿਹੜਾ ਉਹ ਜਨਾਬ ਇੰਝ ਟੀਠਨੇ ਮਾਰਦਾ ਪਿਆ, ਕਿਧਰੇ ਗੁੱਸੇ ਦਾ ਘੋੜਾ ਜਿਹੜਾ ਉਹ ਟੀਠਨੇ ਮਾਰਦਾ ਪਿਆ, ਦਲੱਤੇ ਮਾਰਦਾ ਪਿਆ, ਕਿਤੇ ਘਮੰਡ ਦਾ ਘੋੜਾ ਜਿਹੜਾ ਉਹ ਜਨਾਬ ਆਪਣੇ ਆਪ ਤੋਂ ਬਾਹਰ ਹੋਏ ਹੈ। ਤੇ ਫਿਰ ਅਸੀਂ ਉਹਦੇ ਤੋਂ ਬਾਅਦ ਕਹਿੰਦੇ ਹਾਂ ਕਿ ਜੀ ਉਹ ਇਹ ਸਾਨੂੰ ਪਰੇਸ਼ਾਨੀ ਹੋ ਗਈ ਹੈ, ਇਹ ਮਸਲਾ ਬਣ ਗਿਆ, ਇਹ ਬਿਮਾਰੀ ਪੈ ਗਈ ਹੈ, ਇੰਝ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਅਸੀਂ ਬੜੇ ਤੰਗ ਹੋ ਗਏ ਹਾਂ। ਜਿਸ ਵਕਤ ਡਿੱਗਦਾ ਨਾ ਬੰਦਾ ਜੀ ਉਸ ਵਕਤ ਫਿਰ ਸ਼ਿਕਵੇ ਸ਼ੁਰੂ ਹੋ ਜਾਂਦੇ ਨੇ। ਫਿਰ ਵੀ ਕੋਈ ਸੋਚਦਾ ਨਹੀਂ ਕਿ ਕਿਉਂ ਹੁੰਦਾ ਪਿਆ। ਅਗਰ ਫਿਰ ਵੀ ਕੋਈ ਸੋਚ ਲਏ ਨਾ ਉਹ ਗਫੂਰ ਰਹੀਮ ਹੈ, ਬਖਸ਼ਣੇ ਆ ਰਿਹਾ, ਬਖਸ਼ ਦਿੰਦਾ। ਬਾਕੀ ਸੋਚਦਾ ਬੰਦਾ ਫਿਰ ਵੀ ਕੋਈ ਨਹੀਂ। ਅਫਸੋਸ ਇਸ ਚੀਜ਼ ਦਾ ਕਿ ਫਿਰ ਵੀ ਬੰਦਾ ਸੋਚਦਾ ਕੋਈ ਨਹੀਂ। ਇਹਨਾਂ ਦਾ ਜਿਹੜਾ ਮਜੀਦ ਦਾ ਤੇ ਰਫਾਕਤ ਦਾ ਹਿਸਾਬ ਹੈ ਉਹ ਵੀ ਤੁਹਾਡੇ ਸਾਹਮਣੇ ਹੀ ਹੈ ਕਿ ਕੀ ਇੱਕ ਲਾਲਚ ਦੇ ਵਿੱਚ ਹੀ ਹੈ ਨਾ। ਹਾਂਜੀ। ਲਾਲਚ ਦਾ ਘੋੜਾ ਜਨਾਬ ਉਹ ਕੁੱਦਣਾ ਸ਼ੁਰੂ ਹੋਇਆ। ਕਦੇ ਇਸ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਕਦੇ ਇੱਕ ਥਾਂ ਤੇ ਲਾਲਚ ਦਾ ਘੋੜਾ ਕੁੱਦਦਾ ਹੁੰਦਾ ਪਿਆ ਤੇ ਦੂਸਰੀ ਥਾਂ ਤੇ ਜਨਾਬ ਅਨਾਹ ਤੇ ਤਕੱਬਰ ਜਿਹੜਾ ਹੁੰਦਾ ਨਾ ਉਹਦਾ ਘੋੜਾ ਜਿਹੜਾ ਉਹ ਟੀਟਨੇ ਮਾਰਦਾ ਹੁੰਦਾ ਪਿਆ। ਇਹ ਫਿਰ ਦੋਵੇਂ ਆਪਸ ਵਿੱਚ ਟਕਰਾ ਜਾਂਦੇ ਨੇ। ਜੇ ਟਕਰਾਉਂਦੇ ਨੇ ਤੇ ਉਸ ਵੇਲੇ ਘਰਾਂ ਦੀਆਂ ਤਬਾਹੀਆਂ, ਖਾਨਦਾਨਾਂ ਦੀਆਂ ਤਬਾਹੀਆਂ, ਘਰਾਂ ਦੇ ਸਕੂਨ ਆਰਸ਼ਾ ਬਰਬਾਦ। ਤੇ ਇਹ ਪਹਿਲਿਆਂ ਵਕਤਾਂ ਦੇ ਵਿੱਚ ਇਹ ਹੁੰਦਾ ਸੀ ਕਿ ਹਰ ਘਰ ਦੇ ਵਿੱਚ ਕੋਈ ਇੱਕ ਅੱਧਾ ਵੱਡਾ ਬੰਦਾ ਹੁੰਦਾ ਆ ਉਹ ਜਿਹੜਾ ਸਮਝਦਾਰ ਹੁੰਦਾ ਆ। ਉਹ ਇਹੋ ਜਿਹੇ ਘੋੜੇ ਅਗਰ ਕਿਸੇ ਵਕਤ ਟੀਟਨੇ ਮਾਰਦੇ ਵੀ ਹੈ ਨਾ ਉਹ ਕੰਟਰੋਲ ਕਰਨ ਵਾਲਾ ਹੁੰਦਾ, ਉਹ ਕੰਟਰੋਲ ਕਰ ਲੈਂਦਾ ਸੀ। ਹੁਣ ਅਗਰ ਕੋਈ ਵਡੇਰਾ ਹੈ ਵੀ ਹੈ ਨਾ ਤੇ ਵਡੇਰੇ ਵਿਚਾਰੇ ਦੀ ਵੀ ਕੌਣ ਕੋ ਸੁਣਦਾ। ਹੁਣ ਸਾਰੇ ਘੋੜੇ ਆਪਣੇ ਆਪਣੇ ਮੂੰਹ ਜ਼ੋਰ ਹੋ ਗਏ ਨੇ, ਆਪਣੇ ਆਪਣੇ ਮੂੰਹ ਸਿਰਿਆਰੇ ਹੋ ਗਏ ਨੇ। ਨੁਕਸਾਨ ਹੀ ਹੋ ਰਿਹਾ ਸਾਰਾ।